ਸ਼ਲੋਕ ਜੀ ਜੰਤ ਕੇ ਠਾਕੁਰਾ, ਆਪੇ ਵਰਤਨਹਾਰ। ਨਾਨਕ ਏਕੋ ਪਸਰਿਆ, ਦੂਜਾ ਕਹਿ ਦ੍ਰਿਸ਼ਟਾਰ। ਜੀ ਜੰਤ ਕੇ ਠਾਕੁਰਾ, ਆਪੇ ਵਰਤਨਹਾਰ। ਨਾਨਕ ਏਕੋ ਪਸਰਿਆ, ਦੂਜਾ ਕਹਿ ਦ੍ਰਿਸ਼ਟਾਰ। ਅਸ਼ਟਪਦੀ। ਆਪ ਕਥੈ ਆਪ ਸੁਣਨੈ ਹਾਰ, ਆਪੇ ਏਕ ਆਪ ਬਿਸਥਾਰ। ਜਾਂ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ, ਆਪਣੇ ਭਾਣੇ ਲਏ ਸਮਾਏ। ਤੁਮ ਤੇ ਭਿੰਨ ਨਹੀਂ ਕਿਛ ਹੋਏ, ਆਪਨ ਸੂਤ ਸਭ ਜਗਤ ਪਰੋਏ। ਜਾਂ ਕੋ ਪ੍ਰਭ ਜੀਓ ਆਪ ਬੁਝਾਏ, ਸਚ ਨਾਮ ਸੋਈ ਜਨ ਪਾਏ। ਸੋ ਸਮਦਰਸ਼ੀ ਤਤ ਕਾ ਬੇਤਾ, ਨਾਨਕ ਸਗਲ ਸ੍ਰਿਸ਼ਟ ਕਾ ਜੇਤਾ। ਸੋ ਸਮਦਰਸ਼ੀ ਤਤ ਕਾ ਬੇਤਾ, ਨਾਨਕ ਸਗਲ ਸ੍ਰਿਸ਼ਟ ਕਾ ਜੇਤਾ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਰਹਿਮਤਾਂ ਦੇ ਘਰ, ਦਇਆ ਦੇ ਖਜ਼ਾਨੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਬਾਪੂ ਜੀ ਦੇ ਪਾਵਨ ਚਰਨਾਂ ਦਾ ਆਓ ਜੀ ਨਿੱਘਾ ਪਿਆਰਾ ਧਿਆਨ ਧਰੀਏ ਜੀ, ਅਤੇ ਸਤਿਕਾਰ ਸਹਿਤ ਸਤਿਗੁਰੂ ਦੇ ਪਿਆਰ ਵਿੱਚ ਭਿੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਬਹੁਤ ਵੱਡੀ ਕਿਰਪਾ ਕੀਤੀ ਹੈ। 21 ਨੰਬਰ ਅਸ਼ਟਪਦੀਆਂ ਆਪਾਂ ਸਮਾਪਤ ਕੀਤੀਆਂ ਨੇ, ਅਤੇ 22ਵੀਂ ਜਿਹੜੀ ਅਸ਼ਟਪਦੀ ਹੈ ਉਹਦੇ ਵਿੱਚ ਸਤਿਗੁਰੂ ਦੀ ਦਇਆ ਦੇ ਨਾਲ ਆਪਾਂ ਪ੍ਰਵੇਸ਼ ਕੀਤਾ ਹੈ। ਜਿਵੇਂ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੀ ਇੱਕ ਬੜੀ ਪਿਆਰੀ ਰੂਟੀਨ ਹੈ ਕਿ ਜਦੋਂ ਵੀ ਉਹ ਕਿਸੇ ਨਵੀਂ ਅਸ਼ਟਪਦੀ ਨੂੰ ਆਰੰਭ ਕਰਦੇ ਨੇ ਤਾਂ ਸਭ ਤੋਂ ਪਹਿਲਾਂ ਉਹ ਸ਼ਲੋਕ ਲਿਖਦੇ ਹੈ। ਇਸੇ ਤਰ੍ਹਾਂ ਹੀ ਇਸ ਅਸ਼ਟਪਦੀ ਦੇ ਵਿੱਚ ਵੀ ਸਤਿਗੁਰੂ ਨੇ ਸਭ ਤੋਂ ਪਹਿਲਾਂ ਸ਼ਲੋਕ ਨੂੰ ਦਰਜ ਕੀਤਾ ਹੈ। ਸ਼ਲੋਕ ਦਰਜ ਕਰਨ ਤੋਂ ਬਾਅਦ ਪੌੜੀਆਂ ਵਾਈਜ਼ 8 ਪੌੜੀਆਂ ਦੀ ਸਤਿਗੁਰੂ ਜੀ ਨੇ ਸਿਰਜਣਾ ਕੀਤੀ ਹੈ, ਜਿਹਨੂੰ ਅਸ਼ਟਪਦੀ ਭਾਵ 8 ਪਦਿਆਂ ਵਾਲਾ ਇੱਕ ਪਹਿਰਾ ਆਖਿਆ ਜਾਂਦਾ ਹੈ। ਇਹ ਸਤਿਗੁਰੂ ਦੀ ਦਇਆ ਹੈ ਕਿ ਮਹਾਰਾਜ ਨੇ ਤਕਰੀਬਨ ਹਰ ਅਸ਼ਟਪਦੀ ਦੇ ਵਿੱਚ ਨਿਰੰਕਾਰ ਦੀਆਂ ਬਾਤਾਂ ਬੜੇ ਹੀ ਪਿਆਰੇ ਢੰਗ ਨਾਲ ਕਰਕੇ ਸਾਡੇ ਜੀਵਨ ਨੂੰ ਉੱਚਾ ਚੁੱਕਣ ਦੀ ਸਤਿਗੁਰੂ ਨੇ ਭਰਪੂਰ ਕੋਸ਼ਿਸ਼ ਕੀਤੀ ਹੈ। ਬਾਕੀ ਉਹ ਸਾਡੇ ਉੱਤੇ ਡਿਪੈਂਡ ਕਰਦਾ ਹੈ ਕਿ ਅਸੀਂ ਆਪਣੇ ਹੱਥ ਦੇ ਵਿੱਚ ਦੀਵਾ ਲੈ ਕੇ ਵੀ ਖੂਹ ਦੇ ਵਿੱਚ ਜਾ ਕੇ ਡਿੱਗਣਾ, ਖੱਡ ਵਿੱਚ ਜਾ ਕੇ ਡਿੱਗਣਾ ਕਿ ਜਾਂ ਬਚਣਾ, ਕਿਉਂਕਿ ਗੁਰੂ ਦਾ ਕੰਮ ਹੈ ਸਮਝਾਉਣਾ। ਸਤਿਗੁਰੂ ਸਮਝਾਉਂਦਾ ਹੈ, ਸਤਿਗੁਰੂ ਚਾਨਣ ਦਿੰਦਾ ਹੈ। ਜਦੋਂ ਸਤਿਗੁਰੂ ਨੇ ਹੱਥ ਵਿੱਚ ਦੀਵਾ ਦੇ ਦਿੱਤਾ ਹੈ ਗੁਰਬਾਣੀ ਦਾ, ਅਤੇ ਗੁਰਬਾਣੀ ਦਾ ਦੀਵਾ ਹੱਥ ਵਿੱਚ ਲੈ ਕੇ ਵੀ ਜੇ ਆਪਾਂ ਖੱਡਾਂ 'ਚ ਡਿੱਗਾਂਗੇ ਤਾਂ ਉਹਦੇ ਵਿੱਚ ਗੁਰੂ ਦਾ ਥੋੜ੍ਹੀ ਕੋਈ ਕਸੂਰ ਹੁੰਦਾ। ਜਿਵੇਂ ਸਤਿਗੁਰੂ ਨੇ ਇੱਕ ਵਾਰ ਇੱਕ ਸਿੱਖ ਦੇ ਜਵਾਬ ਵਿੱਚ ਕਿਹਾ ਸੀ, ਜਦੋਂ ਸਿੱਖ ਨੇ ਕਿਹਾ ਵੀ ਸਤਿਗੁਰੂ ਜਿਵੇਂ ਅਸੀਂ ਤੁਹਾਡੇ ਸਿੱਖ ਬਣ ਜਾਂਦੇ ਹਾਂ ਅਤੇ ਸਾਡਾ ਪਾਰ ਉਤਾਰਾ ਹੋ ਜਾਏਗਾ, ਅਤੇ ਮਹਾਰਾਜ ਨੇ ਕਿਹਾ ਇਕੱਲੇ ਸਿੱਖ ਬਣ ਕੇ ਨਹੀਂ, ਗੁਰੂ ਦੀਆਂ ਗੱਲਾਂ ਨੂੰ ਫੋਲੋ ਵੀ ਕਰਨਾ ਪੈਂਦਾ। ਜਦੋਂ ਜੋ ਗੁਰੂ ਕਹਿੰਦਾ ਹੈ ਉਹਨੂੰ ਜੀਵਨ ਵਿੱਚ ਧਾਰੋਗੇ, ਜੋ ਗੁਰੂ ਕਹਿੰਦਾ ਉਹਨੂੰ ਕਮਾਓਗੇ, ਅਤੇ ਗੱਲ ਤਾਂ ਫੇਰ ਹੀ ਬਣਨੀ, ਫੇਰ ਹੀ ਜੀਵਨ ਜਿਹੜਾ ਉੱਚਾ ਸੁੱਚਾ ਹੋਏਗਾ। ਸੋ ਸਤਿਗੁਰੂ ਨੇ ਕਿਹਾ ਸੀ ਜੋ ਸਤਿਗੁਰੂ ਕਹਿੰਦਾ ਉਹਨੂੰ ਆਪਣੇ ਜੀਵਨ ਦੇ ਵਿੱਚ ਸਵਾਸ ਕਮਾਉਣਾ ਹੈ। ਸਤਿਗੁਰੂ ਦੇ ਦਿੱਤੇ ਹੋਏ ਜਿਹੜੇ ਪਾਵਨ ਉਪਦੇਸ਼ ਨੇ ਉਹਨਾਂ ਮੁਤਾਬਕ ਤੁਰਨਾ ਹੈ, ਫਿਰ ਗੱਲ ਬਣਦੀ। ਸੋ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਇਸ ਅਸ਼ਟਪਦੀ ਦੇ ਸ਼ੁਰੂਆਤ ਵਿੱਚ ਜਿਹੜਾ ਸ਼ਲੋਕ ਲਿਖਿਆ ਬੜਾ ਕਮਾਲ ਦਾ ਹੈ, ਅਤੇ ਮੇਰਾ ਮੰਨਣਾ ਹੈ ਕਿ ਪੂਰੀ ਅਸ਼ਟਪਦੀ ਵਿੱਚ ਉਸੇ ਸ਼ਲੋਕ ਦੀ ਵਿਆਖਿਆ ਸਤਿਗੁਰੂ ਨੇ ਕੀਤੀ ਹੈ। ਨਿਚੋੜ ਜਿਵੇਂ ਸਤਿਗੁਰੂ ਨੇ ਦਿੱਤਾ ਹੈ ਨਾ ਸ਼ਲੋਕ ਦੇ ਵਿੱਚ, ਉਹਨੂੰ ਸਮਝਣ ਦੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ। ਮਹਾਰਾਜ ਨੇ ਕਿਹਾ ਸ਼ਲੋਕ ਜੀ ਜੰਤ ਕੇ ਠਾਕੁਰਾ, ਜੀ ਅਤੇ ਜੰਤ ਭਾਵ ਕਿ ਜੀਵਾਂ ਜਨਤਾਂ ਦੇ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਕਿਹਾ ਇਹ ਵਾਹਿਗੁਰੂ ਤੂੰ ਸਭਨਾ ਜੀਵਾਂ ਜਨਤਾਂ ਦੇ ਵਿੱਚ ਮੌਜੂਦ ਹੈ, ਉਹਨਾਂ ਦੀ ਪਾਲਣਾ ਵੀ ਕਰਦਾ ਹੈ ਅਤੇ ਹਰ ਵਕਤ ਉਹਨਾਂ ਨੂੰ ਦੇਖਦਾ ਵੀ ਹੈ। ਜਿਵੇਂ ਅੱਜ CCTV ਕੈਮਰੇ ਦੇ ਥਰੂ ਅਸੀਂ ਪਲ ਪਲ ਦੀ ਖਬਰ ਰੱਖਦੇ ਹਾਂ ਵੀ ਕਿੱਥੇ ਕੀ ਹੋ ਰਿਹਾ,
ਇਸੇ ਤਰ੍ਹਾਂ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਲ ਪਲ ਸਾਡੇ ਨਾਲ ਹੈ, ਪਲ ਪਲ ਸਾਡੇ ਨਾਲ ਵਿਚਰਦਾ ਹੈ, ਔਰ ਉਹਨੂੰ ਖਬਰ ਹੈ ਕਿ ਆਪਾਂ ਕਿੱਥੇ ਮਾੜਾ ਕਰਦੇ ਹਾਂ, ਕਿੱਥੇ ਚੰਗਾ ਕਰਦੇ ਹਾਂ, ਉਹ ਸਾਡੇ ਨਾਲ। ਉਹ ਗੱਲ ਵੱਖਰੀ ਹੈ ਕਿ ਜਿਵੇਂ ਧੰਨ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਪ੍ਰਮਾਤਮਾ ਤਾਂ ਸਾਨੂੰ ਵੇਖਦਾ ਹੈ ਪਰ ਅਸੀਂ ਪ੍ਰਮਾਤਮਾ ਨੂੰ ਨਹੀਂ ਵੇਖਦੇ। ਉਹ ਤਾਂ ਸਾਨੂੰ ਦੇਖ ਰਿਹਾ ਹੈ ਪਰ ਸਾਨੂੰ ਉਹ ਨਜ਼ਰ ਨਹੀਂ ਆਉਂਦਾ, ਕਿਉਂਕਿ ਉਹ ਇੰਨੀ ਕਮਾਲ ਦੀ ਇੱਕ ਸ਼ਖਸੀਅਤ ਹੈ। ਉਹਨੂੰ ਵੇਖਣ ਦੇ ਲਈ ਅੱਖਾਂ ਹੀ ਬੜੀਆਂ ਪਿਆਰੀਆਂ ਚਾਹੀਦੀਆਂ ਨੇ, ਪਰ ਮਹਿਸੂਸ ਕਰਨਾ ਚਾਹੀਦਾ ਵੀ ਉਹ ਸਾਡੇ ਅੰਗ ਸੰਗ ਹੈ, ਸਾਡੇ ਨਾਲ ਹੈ। ਫਿਰ ਅਸੀਂ ਕਦੇ ਕੋਈ ਮਾੜਾ ਕੰਮ ਨਹੀਂ ਕਰਾਂਗੇ, ਬੁਰਾ ਕੰਮ ਨਹੀਂ ਕਰਾਂਗੇ। ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ। ਹੁਣ ਬੜੀ ਪਿਆਰੀ ਗੱਲ ਹੈ, ਸਤਿਗੁਰੂ ਕਹਿੰਦੇ ਜਦੋਂ ਉਹ ਆਪ ਹੀ ਸਭ ਥਾਈਂ ਪਸਰਿਆ ਹੈ, ਜਦੋਂ ਉਹ ਆਪ ਹੀ ਸਭ ਥਾਈਂ ਮੌਜੂਦ ਹੈ, ਹਰ ਇੱਕ ਜਗ੍ਹਾ ਤੇ ਉਹਦਾ ਹੀ ਵਾਸਾ ਹੈ। ਦੂਜਾ ਕਹਿ ਦ੍ਰਿਸ਼ਟਾਰ, ਤੇ ਦੂਜਾ ਕਿੱਥੇ ਵੇਖਣ ਵਿੱਚ ਕੋਈ ਆਉਂਦਾ, ਭਾਵ ਦੂਜਾ ਕੋਈ ਹੈ ਹੀ ਨਹੀਂ। ਪਰਮਾਤਮਾ ਤੋਂ ਬਗੈਰ ਹੋਰ ਕੋਈ ਸ਼ਕਤੀ, ਹੋਰ ਕੋਈ ਅਦ੍ਰਿਸ਼ਟ ਤਾਕਤ ਇਸ ਕਾਇਨਾਤ ਵਿੱਚ ਨਹੀਂ ਹੈ। ਵਾਹਿਗੁਰੂ ਹੀ ਇੱਕ ਇਕਲੌਤੀ ਸ਼ਕਤੀ ਹੈ, ਤਾਕਤ ਹੈ, ਵਿਲੱਖਣ ਹੈ, ਜਿਹੜੀ ਇਸ ਕਾਇਨਾਤ ਨੂੰ ਚਲਾਉਂਦੀ ਹੈ, ਜਿਹੜੀ ਇਸ ਕਾਇਨਾਤ ਨੂੰ ਰਚਦੀ ਹੈ, ਜਿਹੜੀ ਇਸ ਕਾਇਨਾਤ ਦੇ ਵਿੱਚ ਵਿਚਰ ਰਹੀ ਹੈ। ਸਤਿਗੁਰੂ ਕਹਿੰਦੇ ਨੇ ਮੇਰਾ ਕੋਈ ਹੋਰ ਦੂਜਾ ਹੈ ਹੀ ਨਹੀਂ। ਜਿਵੇਂ ਬਾਬਾ ਫਰੀਦ ਸਾਹਿਬ ਨੇ ਆਪਣੀ ਬਾਣੀ 'ਚ ਲਿਖਿਆ ਨਾ ਕਿ ਮੈਂ ਤਾਂ ਸੁਹਾਗਣ ਉਹਨੂੰ ਮੰਨਦਾ ਜਿਹਦਾ ਇੱਕ ਹੋਵੇ ਖਸਮ, ਤੇ ਜਿਹੜੀ ਹਰ ਇੱਕ ਜਗ੍ਹਾ ਤੇ ਝਾਤ ਰੱਖੇ ਉਹਨੂੰ ਸੁਹਾਗਣ ਨਹੀਂ ਕਿਹਾ ਜਾਂਦਾ। ਗੱਲ ਉਹਨਾਂ ਨੇ ਕੀਤੀ ਹੈ ਸਿੱਖ ਦੀ, ਕਹਿੰਦੇ ਰੱਬ ਦਾ ਪਿਆਰਾ ਉਹ ਨਾ ਹੋਵੇ ਜਿਹਦੀ ਝਾਤ ਹਰ ਜਗ੍ਹਾ ਤੇ ਹੋਵੇ। ਇੱਥੇ ਵੀ ਟੇਕ ਮੱਥਾ, ਉੱਥੇ ਵੀ ਟੇਕ ਮੱਥਾ, ਇੱਥੇ ਵੀ ਸਿਰ ਸੁੱਟ, ਉੱਥੇ ਵੀ ਸਿਰ ਸੁੱਟ, ਉੱਥੋਂ ਮੰਗ, ਉੱਥੋਂ ਮੰਗ। ਕਹਿੰਦੇ ਇਦਾਂ ਦਾ ਬੰਦਾ ਨਹੀਂ ਚਾਹੀਦਾ। ਬੰਦਾ ਉਹ ਜਿਹੜਾ ਆਪਣੇ ਮਾਲਕ ਦਾ ਬਣ ਜਾਏ। ਸਤਿਗੁਰੂ ਕਹਿੰਦੇ ਮੈਨੂੰ ਤਾਂ ਦੂਜਾ ਕੋਈ ਦਿਸਦਾ ਹੀ ਨਹੀਂ। ਭਾਵ ਕਿ ਸਤਿਗੁਰੂ ਨੇ ਇੱਕ ਸਿਧਾਂਤ ਦੇ ਦਿੱਤਾ ਇੱਥੇ ਕਿ ਮੈਂ ਇਸ ਗੱਲ ਨੂੰ ਨਹੀਂ ਮੰਨਦਾ ਕਿ ਵਾਹਿਗੁਰੂ ਨੇ ਕੋਈ ਵਿਚੋਲਗੀ ਰੱਖੀ ਹੈ, ਵਾਹਿਗੁਰੂ ਨੇ ਕੋਈ ਹੋਰ ਸ਼ਕਤੀਆਂ ਪੈਦਾ ਕੀਤੀਆਂ ਨੇ। ਉਹ ਇਕਲੌਤਾ ਹੈ, ਇਸ ਕਾਇਨਾਤ ਨੂੰ ਰਚਣ ਵਾਲਾ ਹੈ। ਆਹ ਜਿਹੜੀਆਂ ਗੱਲਾਂ ਪ੍ਰਚਲਿਤ ਕੀਤੀਆਂ ਵੀ ਬ੍ਰਹਮਾ ਨੇ ਸ੍ਰਿਸ਼ਟੀ ਸਾਜੀ, ਇਹ ਨਿਰਮੂਲ ਹੈ ਤੇ ਮੂਰਖਤਾ ਨਾਲ ਭਰੀਆਂ ਹੋਈਆਂ ਗੱਲਾਂ ਨੇ। ਗੁਰਬਾਣੀ ਇਹਨਾਂ ਨੂੰ ਬਿਲਕੁਲ ਵੀ ਪ੍ਰਵਾਨ ਨਹੀਂ ਕਰਦੀ। ਗੁਰਬਾਣੀ ਆਪ ਹੀ ਕਹਿੰਦੀ ਹੈ ਕਿ ਪ੍ਰਮਾਤਮਾ ਰਿਜ਼ਕ ਦਿੰਦਾ ਹੈ, ਪ੍ਰਮਾਤਮਾ ਰਚਦਾ ਹੈ, ਪ੍ਰਮਾਤਮਾ ਹੀ ਮੌਤ ਦਿੰਦਾ ਹੈ। ਇਸ ਲਈ ਕਦੇ ਵੀ ਕਿਸੇ ਦੇਵੀ ਦੇਵਤਿਆਂ ਦੇ ਚੱਕਰਾਂ 'ਚ ਪੈਣ ਦੀ ਸਾਨੂੰ ਲੋੜ ਨਹੀਂ। ਹਮੇਸ਼ਾ ਨਿਰੰਕਾਰ ਦੇ ਸਾਹਮਣੇ ਜਿਹੜਾ ਨਾ ਸੀਸ ਝੁਕਾਉਣ ਦੀ ਲੋੜ ਹੈ। ਇਹ ਮੂਲ ਹੈ ਇਸ ਅਸ਼ਟਪਦੀ ਦਾ ਜੋ ਸਤਿਗੁਰੂ ਨੇ ਸਮਝਾਇਆ। ਅੱਗੇ ਅਸ਼ਟਪਦੀ ਆਰੰਭ ਹੁੰਦੀ ਹੈ ਆਪ ਕਥੈ ਆਪ ਸੁਣਨੇ ਹਾਰ। ਇਹ ਜਿਹੜੀ ਪੌੜੀ ਹੈ ਆਪ ਕਥੈ ਆਪ ਸੁਣਨੇ ਹਾਰ। ਸਾਰੇ ਜੀਵਾਂ ਦੇ ਵਿੱਚ ਪ੍ਰਮਾਤਮਾ ਆਪ ਹੀ ਕਥਾ ਕਰ ਰਿਹਾ, ਭਾਵ ਆਪ ਹੀ ਬੋਲ ਰਿਹਾ। ਸਾਡੇ ਸਭਨਾਂ ਦੇ ਵਿੱਚ ਉਹਦਾ ਵਾਸਾ ਹੈ, ਸਾਡੇ ਸਾਹਾਂ ਦੇ ਥਰੂ ਉਹ ਆਪ ਹੀ ਬੋਲਦਾ ਹੈ। ਆਪ ਸੁਣਨੇ ਹਾਰ, ਆਪ ਹੀ ਸੁਣਦਾ ਹੈ। ਮਤਲਬ ਕੀ ਹੈ, ਇੱਕ ਬੋਲ ਰਿਹਾ, ਇੱਕ ਸੁਣ ਰਿਹਾ। ਜਿਹੜਾ ਬੋਲ ਰਿਹਾ ਉਹਦੇ ਵਿੱਚ ਵੀ ਹੈ ਉਹ, ਜਿਹੜਾ ਸੁਣ ਰਿਹਾ ਉਹਦੇ ਵਿੱਚ ਵੀ ਹੈ ਉਹ। ਸਤਿਗੁਰੂ ਨੇ ਕਿਹਾ ਵੀ ਉਹ ਸਭਨਾਂ ਦੇ ਵਿੱਚ ਇੱਕ ਸਮਾਨ ਹੈ, ਨਾ ਕਿਸੇ 'ਚ ਜ਼ਿਆਦਾ ਹੈ, ਨਾ ਕਿਸੇ ਵਿੱਚ ਘੱਟ ਹੈ। ਇਹ ਜਿਹੜਾ ਵਿਤਕਰਾ ਪੈਦਾ ਕੀਤਾ ਹੈ ਉਹ ਅਸੀਂ ਪੈਦਾ ਕੀਤਾ ਹੈ, ਪਰ ਪ੍ਰਮਾਤਮਾ ਸਭਨਾਂ ਦੇ ਵਿੱਚ ਇੱਕ ਰਸ ਹੈ, ਸਭਨਾਂ 'ਚ ਇੱਕ ਸਮਾਨ ਹੈ, ਸਭਨਾਂ ਵਿੱਚ ਇੱਕ ਤਰ੍ਹਾਂ ਦਾ ਵਿਚਰਦਾ ਹੈ। ਬਸ ਆਪਾਂ ਉਹਨੂੰ ਅੱਖ ਪੁੱਟ ਕੇ ਦੇਖਣਾ ਹੈ, ਫਿਰ ਆਪਣੇ ਆਪ ਹੀ ਗੱਲ ਬਣ ਜਾਣੀ। ਸੋ ਇੱਥੇ ਮੈਂ ਇੱਕ ਇਹ ਵੀ ਗੱਲ ਕਹਿ ਦੇਵਾਂ ਕਿ ਸਾਨੂੰ ਕਦੇ ਇਹ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਕੁਝ ਲੁਕਾ ਸਕਦੇ ਹਾਂ, ਕੁਝ ਛੁਪਾ ਸਕਦੇ ਹਾਂ। ਇਹ ਯਾਦ ਰੱਖਿਓ, ਅਸੀਂ ਕੁਝ ਲੁਕਾ ਨਹੀਂ ਸਕਦੇ, ਅਸੀਂ ਕੁਝ ਵੀ ਛੁਪਾ ਨਹੀਂ ਸਕਦੇ। ਕਿੱਥੇ ਲੁਕਾਵਾਂਗੇ? ਵਾਹਿਗੁਰੂ ਤਾਂ ਸਭ ਕੁਝ ਜਾਣਦਾ, ਕਿੱਥੇ ਛੁਪਾਵਾਂਗੇ? ਹਰ ਛੁਪੇ ਜਿਹੜੇ ਰਸਤੇ ਨੇ ਉਹਨਾਂ ਦਾ ਉਹਨੂੰ ਪਤਾ ਹੈ, ਹਰ ਗੁੱਝੀਆਂ ਥਾਵਾਂ ਦਾ ਉਹਨੂੰ ਪਤਾ। ਸੋ ਸਭ ਕੁਝ ਉਹ ਜਾਣਦਾ। ਪੈਦਾ ਕਿਹਨੇ ਕੀਤਾ? ਉਹਨੇ ਕੀਤਾ ਨਾ। ਉਹਦੇ ਤੋਂ ਕੁਝ ਲੁਕਾ ਨਹੀਂ ਆਪਾਂ ਸਕਦੇ ਹਾਂ, ਭਾਵੇਂ ਉਹ ਚੰਗਾ ਹੋਵੇ ਚਾਹੇ ਮਾੜਾ ਹੋਵੇ। ਆਪੇ ਏਕ ਆਪ ਵਿਸਤਾਰ। ਆਪ ਹੀ ਇੱਕ ਹੈ ਜਿਨਨੇ ਸ੍ਰਿਸ਼ਟੀ ਰਚੀ ਹੈ। ਆਪੇ ਏਕ ਆਪ ਵਿਸਤਾਰ। ਆਪ ਹੀ ਆਪਣੀ ਸ੍ਰਿਸ਼ਟੀ ਨੂੰ ਰਚਦਾ ਹੈ। ਭਾਵੇਂ ਸ੍ਰਿਸ਼ਟੀ ਰਚਨ ਤੋਂ ਪਹਿਲਾਂ ਦੀ ਗੱਲ ਹੈ ਤਾਂ ਵੀ ਉਹ ਇੱਕ ਸੀ, ਰਚਨ ਤੋਂ ਬਾਅਦ ਵੀ ਉਹ ਇੱਕ ਹੈ। ਆਪ ਹੀ ਕੀ ਕਰਦਾ? ਸਾਰਾ ਖਿਲਾਰਾ ਖਿਲਾਰਦਾ ਹੈ, ਆਪ ਹੀ ਆਪਣੇ ਵਿੱਚ ਸਾਰੇ ਖਿਲਾਰੇ ਨੂੰ ਸਮੇਟ ਲੈਂਦਾ। ਭਾਵ ਕਿ ਸਭਨਾਂ ਦੇ ਵਿੱਚ ਵਿਚਰਦਾ ਹੋਇਆ ਉਹ ਇੱਕ ਰਹਿੰਦਾ ਹੈ। ਹੁਣ ਇੱਥੇ ਸਿਧਾਂਤ ਸਮਝਣ ਵਾਲਾ ਹੈ, ਸ਼੍ਰੀ ਗੁਰੂ ਨਾਨਕ ਸਾਹਿਬ ਨੇ ਦੁਨੀਆ ਦੇ ਤਕਰੀਬਨ ਕੋਨੇ-ਕੋਨੇ ਵਿੱਚ ਵਿਚਰ ਕੇ ਸੰਸਾਰ ਦੇ ਲੋਕਾਂ ਨੂੰ ਇਹ ਗੱਲ ਸਮਝਾਈ ਸੀ ਕਿ ਪਿਆਰਿਓ, ਜੇ ਝੁਕਣਾ ਤਾਂ ਉਹਦੇ ਸਾਹਮਣੇ ਹੀ ਝੁਕਿਓ ਜਿਹੜਾ ਸਭ ਦਾ ਵੱਡਾ ਹੈ।
ਜੇ ਕੁਝ ਮੰਗਣਾ ਤੇ ਉਹਦੇ ਤੋਂ ਮੰਗਿਓ ਜਿਹੜਾ ਸਭਨਾ ਦਾ ਮਾਲਕ ਹੈ। ਸਤਿਗੁਰ ਨੇ ਕਿਹਾ ਉਹ ਸ੍ਰਿਸ਼ਟੀ ਰਚਨ ਤੋਂ ਪਹਿਲਾਂ ਵੀ ਇੱਕ ਸੀ, ਮੌਜੂਦ ਸੀ, ਜਿਹਨੂੰ ਆਦਿ ਸੱਚ ਜੁਗਾਦ ਸੱਚ ਆਖਿਆ ਗਿਆ। ਸ੍ਰਿਸ਼ਟੀ ਰਚਨ ਤੋਂ ਬਾਅਦ ਵੀ ਉਹ ਇੱਕ ਹੈ, ਮੌਜੂਦ ਹੈ। ਇਸ ਲਈ ਉਹਦੇ ਤੋਂ ਇਲਾਵਾ ਕਿਸੇ ਹੋਰ ਤਾਕਤ ਨੂੰ ਮਿੱਥਣ ਦੀ ਲੋੜ ਨਹੀਂ ਹੈ। ਜਿਵੇਂ ਦੁਨੀਆ ਨੇ ਪੱਥਰਾਂ ਦੀ ਪੂਜਾ ਵੱਲ ਲੋਕਾਂ ਨੂੰ ਲਾਇਆ, ਮੂਰਤੀਆਂ ਦੀ ਪੂਜਾ ਵੱਲ ਲਾਇਆ, ਸਟੈਚੂ ਨੂੰ ਪੂਜਿਆ, ਪਹਿਲਾਂ ਆਪ ਹੀ ਤਿਆਰ ਕੀਤਾ, ਆਪ ਹੀ ਬਾਅਦ ਵਿੱਚ ਉਹਦੀ ਪੂਜਾ ਕੀਤੀ। ਮੂਰਖਤਾ ਨਾਲ ਭਰੀਆਂ ਹੋਈਆਂ ਗੱਲਾਂ ਦਿਮਾਗ ਦੇ ਵਿੱਚ ਪਾ ਦਿੱਤੀਆਂ। ਥੋੜ੍ਹੇ ਦਿਨ ਪਹਿਲਾਂ ਮੈਂ ਇੱਕ ਬਾਬੇ ਦੀ ਇੰਟਰਵਿਊ ਸੁਣ ਰਿਹਾ ਸੀ। ਮੈਂ ਸਪਸ਼ਟ ਹੀ ਦੱਸ ਦਿੰਦਾ ਤੁਹਾਨੂੰ, ਬਿਆਸ ਵਾਲੇ ਬਾਬੇ ਦੀ ਇੰਟਰਵਿਊ ਸੁਣ ਰਿਹਾ। ਉੱਥੇ ਉਹਦਾ ਇੱਕ ਸੇਵਕ ਸਵਾਲ ਕਰਦਾ ਬਾਬੇ ਨੂੰ। ਸਵਾਲ ਇਹ ਹੈ ਕਿ ਗਿਆਨ ਜਿਹੜਾ ਉਹ ਗ੍ਰੰਥਾਂ ਪੋਥੀਆਂ ਦੇ ਥਰੂ ਸਾਨੂੰ ਮਿਲਦਾ ਹੈ। ਹੁਣ ਗੱਲ ਬੜੀ ਕਮਾਲ ਦੀ ਸੁਣਨ ਵਾਲੀ ਹੈ। ਬਾਬਾ ਕਹਿੰਦਾ ਨਹੀਂ, ਮੁਸ਼ਤੇ ਵੱਟ ਚੜਾ ਕੇ ਵੀ ਨਹੀਂ, ਗਿਆਨ ਗ੍ਰੰਥਾਂ ਪੋਥੀਆਂ ਦੇ ਥਰੂ ਨਹੀਂ ਮਿਲਦਾ। ਗ੍ਰੰਥ ਪੋਥੀਆਂ ਸਾਨੂੰ ਰਸਤਾ ਦੱਸਦੇ ਹੈ ਤੇ ਗਿਆਨ ਸਾਨੂੰ ਆਪਣੇ ਅੰਦਰੋਂ ਮਿਲਦਾ। ਉਹ ਕਿਹੜਾ ਗਿਆਨ ਹੈ ਜਿਹੜਾ ਅੰਦਰੋਂ ਮਿਲਦਾ? ਗੁਰਬਾਣੀ ਤਾਂ ਇਹ ਗੱਲ ਕਹਿੰਦੀ ਹੈ ਕਿ ਗੁਰ ਬਿਨ ਗਿਆਨ ਹੀ ਨਹੀਂ ਹੁੰਦਾ। ਗੁਰੂ ਤੋਂ ਬਗੈਰ ਤਾਂ ਗੱਲ ਹੀ ਨਹੀਂ ਬਣਦੀ। ਜਿਵੇਂ ਗੁਰਬਾਣੀ ਵਿੱਚ ਆਸਾ ਦੀ ਵਾਰ ਵਿੱਚ ਆਖਿਆ ਗਿਆ ਕਹਿੰਦੇ ਨੇ ਜਿਹੜਾ ਪਾਣੀ ਹੈ ਉਹ ਜਿਵੇਂ ਘੜੇ ਦੇ ਵਿੱਚ ਟਿਕਦਾ ਹੈ ਤੇ ਘੜੇ ਤੋਂ ਬਗੈਰ ਪਾਣੀ ਨਹੀਂ ਰਹਿ ਸਕਦਾ। ਜਲ ਬਿਨ ਕੁੰਭ ਨਾ ਹੋਏ। ਜਿਹੜਾ ਮਨ ਹੈ ਮਨ ਦਾ ਟਿਕਾਣਾ ਕਿੱਥੇ ਹੈ? ਗੁਰੂ ਦੇ ਪਾਵਨ ਚਰਨਾਂ ਵਿੱਚ। ਇਸੇ ਤਰ੍ਹਾਂ ਸਤਿਗੁਰ ਨੇ ਕਿਹਾ ਜਿਵੇਂ ਪਾਣੀ ਘੜੇ ਤੋਂ ਬਗੈਰ ਨਹੀਂ ਟਿਕ ਸਕਦਾ, ਜਿਵੇਂ ਜਲ ਬਿਨ ਕੁੰਭ ਨਾ ਹੋਏ, ਇਸੇ ਤਰ੍ਹਾਂ ਸਤਿਗੁਰ ਕਹਿੰਦੇ ਨੇ ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਗਿਆਨ ਮਿਲਦਾ ਕਿੱਥੋਂ ਆ? ਗੁਰੂ ਤੋਂ। ਤੇ ਗੁਰੂ ਕੌਣ ਹੈ? ਸ਼੍ਰੀ ਗੁਰੂ ਗ੍ਰੰਥ ਸਾਹਿਬ। ਪਰ ਗੁਰੂ ਗ੍ਰੰਥ ਸਾਹਿਬ ਤੋਂ ਤਾਂ ਆਪਾਂ ਤੋੜਨਾ ਨਾ ਲੋਕਾਂ ਨੂੰ। ਇਸ ਲਈ ਆਪਾਂ ਕਹਿੰਦੇ ਗ੍ਰੰਥ ਪੋਥੀਆਂ ਤੁਹਾਡਾ ਕੁਝ ਸਵਾਰ ਨਹੀਂ ਸਕਦੇ। ਉਹਦੇ ਲਈ ਤੁਹਾਨੂੰ ਸਾਡੇ ਕੋਲ ਆਉਣਾ ਪਏਗਾ। ਅਸੀਂ ਤੁਹਾਨੂੰ ਟਿਕਾਓ ਦੱਸਾਂਗੇ ਵੀ ਬੁੱਕਲ ਸਿਰ ਦੇ ਉੱਤੇ ਲੈ ਕੇ ਕਿਸ ਤਰ੍ਹਾਂ ਤੁਸੀਂ ਜੋਤ ਨਿਰੰਜਨ, ਓੰਕਾਰ, ਰੜੰਕਾਰ, ਸੋਹੰ, ਸਤਨਾਮ ਇਹਨਾਂ ਸ਼ਬਦਾਂ ਦਾ ਜਾਪ ਕਰਨਾ, ਤੇ ਕਿਸ ਤਰ੍ਹਾਂ ਅਸੀਂ ਤੁਹਾਨੂੰ ਮੂਰਖ ਬਣਾਉਣਾ ਤੇ ਤੁਸੀਂ ਮੂਰਖ ਬਣ ਕੇ ਉਸ ਲੀਹ ਦੇ ਉੱਤੇ ਤੁਰੀ ਜਾਣਾ। ਆਪਣੇ ਆਪ ਹੀ ਫਿਰ ਤੁਹਾਡਾ ਜਨਮ ਜਿਹੜਾ ਸਫਲ ਹੋ ਜਾਏਗਾ। ਪਰ ਕਮਾਲ ਹੈ, ਗ੍ਰੰਥ ਪੋਥੀਆਂ ਹੀ ਗਿਆਨ ਦਿੰਦੇ ਹੈ। ਰਸਤਾ ਵੀ ਉਹੀ ਦੱਸਦੇ ਹੈ, ਗਿਆਨ ਵੀ ਉਹੀ ਦਿੰਦੇ ਹੈ। ਪਰ ਗ੍ਰੰਥ ਪੋਥੀਆਂ ਤੋਂ ਦੂਰ ਤਾਂ ਕਰਨਾ ਵੀ ਸਹੀ ਤਰ੍ਹਾਂ ਲੋਕ ਉਹਨਾਂ ਨੂੰ ਸਮਝ ਨਾ ਸਕਣ। ਕਿਉਂਕਿ ਆਪਾਂ ਤਾਂ ਲੋਕਾਂ ਨੂੰ ਮੂਰਖ ਬਣਾ ਕੇ ਆਪਣੇ ਬਿਜ਼ਨਸ ਚਲਾਉਣੇ ਹੈ ਤੇ ਆਪਾਂ ਚਲਾ ਵੀ ਰਹੇ। ਸੋ ਸਤਿਗੁਰੂ ਨੇ ਕੀ ਕਿਹਾ ਕਿ ਪ੍ਰਮਾਤਮਾ ਮੌਜੂਦ ਸੀ, ਹੈ ਅਤੇ ਰਹੇਗਾ। ਪਰ ਲੋਕਾਂ ਨੂੰ ਮੂਰਖ ਬਣਾਉਣ ਵਾਲੇ ਬਹੁਤ ਸਾਰੇ ਲੋਕ ਅੱਜ ਵੀ ਇਸ ਧਰਤੀ 'ਤੇ ਮੌਜੂਦ ਨੇ। ਮੂਰਖ ਬਣਾ ਕੇ ਉਹ ਆਪਣੀ ਰੋਟੀ ਪਾਣੀ ਦਾ ਜਿਹੜਾ ਹੀਲਾ ਵਸੀਲਾ ਕਰ ਰਹੇ ਹੈ। ਉਹਨਾਂ ਤੋਂ ਬਚ ਕੇ ਰਹਿਣਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗਣਾ, ਇਹੀ ਪਿਆਰਿਓ ਸਾਡਾ ਉਦੇਸ਼ ਹੈ ਵਿਚਾਰਾਂ ਕਰਨ ਦਾ। ਸਤਿਗੁਰੂ ਅੱਗੇ ਕੀ ਕਹਿੰਦੇ ਨੇ ਜੀ, ਜਾਂ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ। ਜਦੋਂ ਉਹਨੂੰ ਚੰਗਾ ਲੱਗਦਾ ਉਦੋਂ ਉਹ ਇਸ ਕਾਇਨਾਤ ਨੂੰ ਰਚ ਲੈਂਦਾ ਹੈ। ਜਦੋਂ ਉਹਨੂੰ ਚੰਗਾ ਲੱਗਦਾ ਉਦੋਂ ਉਹ ਇਸ ਸ੍ਰਿਸ਼ਟੀ ਨੂੰ ਬਣਾਉਂਦਾ ਹੈ। ਆਪਣੇ ਭਾਣੇ ਲਏ ਸਮਾਏ। ਤੇ ਜਦੋਂ ਉਹਨੂੰ ਚੰਗਾ ਲੱਗਦਾ ਉਹ ਸਾਰੀ ਕਾਇਨਾਤ ਨੂੰ ਆਪਣੇ ਵਿੱਚ ਸਮੇਟ ਲੈਂਦਾ, ਆਪਣੇ ਵਿੱਚ ਮਿਲਾ ਲੈਂਦਾ। ਜਿਵੇਂ ਸਤਿਗੁਰ ਨੇ ਆਪਣੀ ਪਾਵਨ ਬਾਣੀ ਵਿੱਚ ਆਖਿਆ, ਕਹਿੰਦੇ ਨੇ ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਪਿਆ। ਮਰਿਆ ਕੌਣ ਹੈ? ਕੋਈ ਵੀ ਨਹੀਂ। ਕਹਿੰਦੇ ਧਿਆਨ ਮਾਰ ਕੇ ਵੇਖੋ, ਇਹ ਤਾਂ ਇੱਕ ਅਚਰਜ ਕੌਤਕ ਹੈ। ਕੋਈ ਇਨਸਾਨ ਆ ਰਿਹਾ, ਕੋਈ ਇਨਸਾਨ ਜਾ ਰਿਹਾ। ਅਸਲ 'ਚ ਮਿੱਟੀ ਹੈ, ਮਿੱਟੀ ਨਾਲ ਸਾਡੇ ਸੰਬੰਧ ਜੁੜਦੇ ਹੈ। ਇੱਕ ਮਿੱਟੀ ਦਾ ਪੁਤਲਾ ਬਣਿਆ, ਆਪਾਂ ਨੂੰ ਮਾਂ ਕਿਹਾ ਕਿਉਂਕਿ ਉਸ ਪੁਤਲੇ ਨੇ ਸਾਨੂੰ ਜਨਮ ਦਿੱਤਾ। ਦੂਸਰੇ ਨੂੰ ਅਸੀਂ ਪਿਓ ਕਿਹਾ, ਭਰਾ ਕਿਹਾ, ਭੈਣ ਕਿਹਾ, ਰਿਸ਼ਤੇ ਨਾਤੇ ਇਸ ਤਰ੍ਹਾਂ ਬਣ ਗਏ। ਪਰ ਸਹੀ ਮਾਇਨੇ ਦੇ ਵਿੱਚ ਰਿਸ਼ਤਾ ਸੱਚਾ ਨਿਰੰਕਾਰ ਦੇ ਨਾਲ ਹੈ। ਇਹ ਤਾਂ ਰਿਸ਼ਤੇ ਨਾਤੇ ਉਦੋਂ ਤੱਕ ਨੇ ਜਦੋਂ ਤੱਕ ਇਹ ਮਿੱਟੀ ਇਸ ਧਰਤੀ 'ਤੇ ਮੌਜੂਦ ਹੈ ਤੇ ਇਸ ਮਿੱਟੀ ਦੇ ਵਿੱਚ ਚੇਤਨਾ ਹੈ। ਜਿਸ ਦਿਨ ਇਸ ਮਿੱਟੀ ਦੇ ਵਿੱਚ ਹਿਲਜੁਲ ਬੰਦ ਹੋ ਗਈ, ਉਸ ਦਿਨ ਇਸ ਮਿੱਟੀ ਨੂੰ ਆਪਾਂ ਕੀ ਕਹਿੰਦੇ, ਡੈਡ ਬੋਡੀ ਪਈ ਹੈ। ਬੰਦਾ ਐਕਸਪਾਇਰ ਹੋ ਗਿਆ, ਭਾਵ ਦੀ ਡੇਟ ਲੰਘ ਗਈ। ਆਪਾਂ ਕਹਿੰਦੇ ਐਕਸਪਾਇਰ ਹੋ ਗਿਆ, ਡੇਟ ਲੰਘ ਗਈ। ਜਿਹਦੀ ਡੇਟ ਲੰਘ ਜਾਏ ਉਹ ਚੀਜ਼ ਨਹੀਂ ਖਾਧੀ ਜਾਂਦੀ। ਜਦੋਂ ਬੰਦੇ ਦੀ ਡੇਟ ਲੰਘ ਜਾਏ ਬੰਦਾ ਵੀ ਖਤਮ ਹੋ ਜਾਂਦਾ। ਫਿਰ ਉਹਨੂੰ ਜੱਫੀਆਂ ਨਹੀਂ ਪਾਈਆਂ ਜਾਂਦੀਆਂ, ਉਹਨੂੰ ਚੁੰਮਿਆ ਚੱਟਿਆ ਨਹੀਂ ਜਾਂਦਾ, ਉਹਦੇ ਨਾਲ ਪਿਆਰ ਨਹੀਂ ਕੀਤਾ ਜਾਂਦਾ। ਫਿਰ ਉਹਨੂੰ ਸਾੜ ਦਿੱਤਾ ਜਾਂਦਾ, ਦਫਨਾ ਜਾਂ ਵਹਾ ਦਿੱਤਾ ਜਾਂਦਾ ਪਾਣੀ ਦੇ ਵਿੱਚ। ਇੰਨੀ ਕੁ ਗੱਲ ਹੈ। ਨਿਰੰਕਾਰ ਆਪ ਹੀ ਸਭ ਕੁਝ ਪੈਦਾ ਕਰਦਾ,
ਆਪ ਹੀ ਉਹਨੇ ਸਿਸਟਮ ਇਦਾਂ ਦਾ ਬਣਾਇਆ ਕਿ ਆਪਣੇ ਵਿੱਚ ਉਹਨੂੰ ਸਮੇਟੀ ਵੀ ਜਾਂਦਾ ਹੈ ਤੇ ਇਸ ਤਰ੍ਹਾਂ ਹੀ ਕਾਇਨਾਤ ਜਿਹੜੀ ਹੈ ਉਹ ਚੱਲੀ ਜਾ ਰਹੀ ਹੈ, ਦੁਨੀਆ ਤੁਰੀ ਜਾ ਰਹੀ ਹੈ। ਸਤਿਗੁਰੂ ਅੱਗੇ ਕਹਿੰਦੇ ਨੇ, ਤੁਮ ਤੇ ਭਿੰਨ ਨਹੀਂ ਕਿਛ ਹੋਏ, ਹੇ ਪ੍ਰਮਾਤਮਾ ਤੈਥੋਂ ਵੱਖਰਾ ਕੁਝ ਵੀ ਨਹੀਂ ਹੈ। ਭਾਵ ਜੋ ਕੁਝ ਵੀ ਹੋ ਰਿਹਾ ਤੈਥੋਂ ਹੋ ਰਿਹਾ, ਤੈਥੋਂ ਬਾਹਰ ਕੁਝ ਨਹੀਂ, ਤੇ ਨਾ ਕੋਈ ਤੈਥੋਂ ਬਾਹਰ ਜਾ ਕੇ ਕੋਈ ਕੁਝ ਕਰ ਸਕਦਾ। ਜੋ ਕੁਝ ਵੀ ਹੁੰਦਾ ਤੂੰ ਕਰਦਾ, ਤੇਰੇ ਭਾਣੇ ਵਿੱਚ ਹੁੰਦਾ, ਤੇ ਤੈਥੋਂ ਬਾਹਰ ਕੋਈ ਇਨਸਾਨ ਕੁਝ ਵੀ ਨਹੀਂ ਕਰ ਸਕਦਾ ਹੈ। ਸਾਰਾ ਤੇਰੇ ਹੁਕਮ ਵਿੱਚ ਕੰਮ ਚੱਲ ਰਿਹਾ। ਆਪਨ ਸੂਤ ਸਭ ਜਗਤ ਪਰੋਏ, ਤੂੰ ਆਪਣੇ ਹੁਕਮ ਰੂਪ ਧਾਗੇ ਵਿੱਚ ਸਾਰੇ ਜਗਤ ਨੂੰ ਪਰੋ ਕੇ ਰੱਖਦਾ। ਹੁਕਮ ਕੀ ਹੈ? ਇੱਕ ਸੂਤ ਹੈ, ਇੱਕ ਧਾਗਾ ਹੈ, ਜਿਹਦੇ ਵਿੱਚ ਤੂੰ ਸਾਰੀ ਕਾਇਨਾਤ ਨੂੰ ਪਰੋਇਆ ਹੋਇਆ। ਭਾਵ ਕਿ ਕੁਝ ਵੀ ਐਸਾ ਨਹੀਂ ਹੈ ਜੋ ਤੈਥੋਂ ਬਾਹਰ ਹੋਵੇ। ਹਾਂ, ਉਹ ਗੱਲ ਵੱਖਰੀ ਹੈ ਕਿ ਬੰਦਾ ਆਪਣੀ ਸੋਚ ਨਾਲ ਗਲਤ ਕਰਦਾ ਹੈ, ਬੁਰਾ ਕਰਦਾ ਹੈ, ਪਰ ਜਿਹੜੇ ਨਿਯਮ ਨੇ ਨਾ ਬਣਾਏ ਹੋਏ ਪ੍ਰਮਾਤਮਾ ਨੇ, ਉਹਨਾਂ ਤੋਂ ਬੰਦਾ ਬਾਹਰ ਨਹੀਂ ਜਾ ਸਕਦਾ। ਸੋ ਪ੍ਰਮਾਤਮਾ ਦੇ ਨਿਯਮ ਜਿਹੜੇ ਨੇ ਇਹ ਬੜੇ ਕਮਾਲ ਦੇ ਨੇ, ਜਿਨ੍ਹਾਂ ਵਿੱਚ ਪੂਰੀ ਕਾਇਨਾਤ, ਪੂਰਾ ਬ੍ਰਹਿਮੰਡ ਪ੍ਰਮਾਤਮਾ ਨੇ ਟਿਕਾਇਆ ਹੋਇਆ ਤੇ ਉਹਨੂੰ ਸਾਂਭਿਆ ਹੋਇਆ। ਵੇਖੋ ਕਮਾਲ ਦੀ ਗੱਲ ਹੈ ਕਿ ਅੱਜ ਸਾਇੰਸ ਖੋਜਾਂ ਕਰ ਰਹੀ ਹੈ। ਜਦੋਂ ਉਹ ਤਸਵੀਰਾਂ ਵੇਖਦੀਆਂ ਨੇ ਬੰਦਾ ਬੜਾ ਹੈਰਾਨ ਜਿਹਾ ਹੋ ਜਾਂਦਾ ਵੀ ਆਪਾਂ ਇਸ ਧਰਤੀ 'ਤੇ ਰਹਿੰਦੇ। ਸ਼ੁਕਰ ਹੈ ਕਿ ਵਾਹਿਗੁਰੂ ਨੇ ਚੰਗੇ ਦਿਮਾਗ ਪੈਦਾ ਕੀਤੇ ਨੇ, ਸਾਇੰਸਦਾਨ ਬਣੇ ਨੇ, ਸਾਨੂੰ ਉਹ ਉਤਲੀ ਧਰਤੀਆਂ ਦੀਆਂ ਤਸਵੀਰਾਂ ਵਿਖਾ ਰਹੇ, ਭਾਵੇਂ ਮੰਗਲ ਗ੍ਰਹਿ, ਚੰਦਰਮਾ ਹੈ ਜਾਂ ਹੋਰ ਹੈ, ਚੰਗਾ ਲੱਗਦਾ। ਪਰ ਨਿਰੰਕਾਰ ਨੇ ਕਿੰਨਾ ਕੁਝ ਪੈਦਾ ਕੀਤਾ। ਧਰਤੀ ਉੱਥੇ ਘੁੰਮ ਰਹੀ, ਸੂਰਜ ਉੱਥੇ ਹੈ, ਚੰਦਰਮਾ ਉੱਥੇ ਹੈ, ਸਭ ਕੁਝ ਪਰਮਾਤਮਾ ਨੇ ਕਿੰਨਾ ਪਿਆਰਾ ਬਣਾਇਆ ਹੋਇਆ। ਪਰ ਇੱਕ ਇਨਸਾਨ ਹੀ ਹੈ ਜਿਹਨੂੰ ਸਬਰ ਸੰਤੋਖ ਹੀ ਨਹੀਂ ਹੈ। ਉਹ ਕਦੇ ਖੁਸ਼ ਹੁੰਦਾ ਨਹੀਂ। ਖੁਸ਼ ਹੋ, ਤੈਨੂੰ ਵਾਹਿਗੁਰੂ ਨੇ ਇਨਸਾਨ ਬਣਾਇਆ, ਪਰ ਬੰਦਾ ਖੁਸ਼ ਹੋਣ ਦੀ ਬਜਾਏ ਹਰ ਵਕਤ ਲਊ ਮਰ ਗਏ ਕਰਦਾ ਰਹਿੰਦਾ, ਔਰ ਮਰੂ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਲੈਂਦਾ। ਜਾਂ ਕੋ ਪ੍ਰਭ ਜੀਓ ਆਪ ਬੁਝਾਏ, ਜਿਸ ਮਨੁੱਖ ਨੂੰ ਪ੍ਰਮਾਤਮਾ ਆਪਣੀ ਸੂਝ ਦਿੰਦਾ ਹੈ ਨਾ, ਅੱਗੇ ਸੁਣਿਓ, ਸੱਚ ਨਾਮ ਸੋਈ ਜਨ ਪਾਏ, ਉਹ ਵਾਹਿਗੁਰੂ ਦਾ ਪਿਆਰਾ ਬਣ ਕੇ ਪ੍ਰਮਾਤਮਾ ਦਾ ਸਦਾ ਰਹਿਣ ਵਾਲਾ ਨਾਮ ਹਾਸਲ ਕਰ ਲੈਂਦਾ। ਕੌਣ? ਜਿਹਨੂੰ ਪ੍ਰਮਾਤਮਾ ਦਇਆ ਕਰਕੇ ਇਹ ਸੋਝੀ ਦਿੰਦਾ ਹੈ। ਭਾਵ ਜਿਹੜਾ ਇਨਸਾਨ ਵਾਹਿਗੁਰੂ ਦੀ ਦਇਆ ਦਾ ਪਾਤਰ ਬਣ ਜਾਂਦਾ ਹੈ, ਨਿਮਰਤਾ ਨਿਰਵਾਣਤਾ ਵਿੱਚ ਰਹਿੰਦਾ ਹੈ, ਮਾਲਕ ਦੇ ਘਰੋਂ ਬਹੁਤ ਕੁਝ ਪ੍ਰਾਪਤ ਕਰ ਲੈਂਦਾ। ਸੋ ਸਮਦਰਸ਼ੀ ਤਤ ਕਾ ਬੇਤਾ, ਉਹ ਮਨੁੱਖ ਸਭ ਵੱਲ ਇੱਕ ਨਜ਼ਰ ਨਾਲ ਤੱਕਦਾ। ਸਮਦਰਸ਼ੀ, ਦੇਖਣਾ, ਭਾਵ ਕਿ ਉਹਦੀ ਨਿਗਾਹ ਇੱਦਾਂ ਦੀ ਹੋ ਜਾਂਦੀ, ਸਭਨਾਂ ਨੂੰ ਉਹ ਪਿਆਰ ਕਰਨ ਲੱਗ ਪੈਂਦਾ, ਸਭਨਾਂ ਦੇ ਵਿੱਚ ਨਿਰੰਕਾਰ ਦੀ ਜੋਤ ਵੇਖਣ ਲੱਗ ਪੈਂਦਾ, ਤੇ ਅਕਾਲ ਪੁਰਖ ਵਾਹਿਗੁਰੂ ਦੇ ਤਤ ਕਾ ਬੇਤਾ ਹੋ ਜਾਂਦਾ। ਭਾਵ ਨਿਰੰਕਾਰ ਨਾਲ ਸੋਝੀ ਪਾ ਲੈਂਦਾ, ਉਹ ਸਾਂਝ ਪਾ ਲੈਂਦਾ, ਉਹ ਪਰਮਾਤਮਾ ਦਾ ਪਿਆਰਾ ਬਣ ਜਾਂਦਾ। ਨਾਨਕ ਸਗਲ ਸ੍ਰਿਸ਼ਟ ਕਾ ਜੇਤਾ, ਤੇ ਗੁਰੂ ਅਰਜਨ ਸਾਹਿਬ ਕਹਿੰਦੇ ਉਹ ਸਾਰੇ ਸੰਸਾਰ ਨੂੰ ਜਿੱਤਣ ਵਾਲਾ ਹੈ। ਉਹ ਇਨਸਾਨ ਮੰਨ ਲਓ ਪੂਰੀ ਦੁਨੀਆ ਨੂੰ ਜਿੱਤ ਲੈਂਦਾ। ਕਿਹੜਾ ਇਨਸਾਨ? ਜਿਸ ਇਨਸਾਨ ਦੇ ਉੱਤੇ ਵਾਹਿਗੁਰੂ ਦਇਆ ਕਰਦਾ ਤੇ ਉਹਨੂੰ ਆਪਣੇ ਵਰਗਾ ਬਣਾ ਲੈਂਦਾ। ਸੋ ਆਓ ਇਹਨਾਂ ਬਚਨਾਂ ਨੂੰ ਪੱਲੇ ਬੰਨੀਏ, ਸਤਿਗੁਰੂ ਨੇ ਜੋ ਕਿਹਾ ਉਹਦੇ ਮੁਤਾਬਕ ਤੁਰੀਏ, ਸਮਝੀਏ, ਵਿਚਾਰੀਏ, ਤਾਂ ਕਿ ਜਿਹੜਾ ਸਾਡਾ ਇਹ ਜੀਵਨ ਹੈ ਪਵਿੱਤਰ ਹੋ ਸਕੇ। ਸੋ ਇਤਨੀਆਂ ਬੇਨਤੀਆਂ ਸਵੀਕਾਰ ਕਰਿਓ ਜੀ, ਭੁੱਲ ਚੁੱਕ ਦੀ ਖਿਮਾ। ਇਹ ਸਤਿਗੁਰੂ ਦੀ ਦਇਆ ਹੈ ਕਿ 22 ਨੰਬਰ ਅਸ਼ਟਪਦੀ ਆਪਾਂ ਆਰੰਭ ਕੀਤੀ ਹੈ। 22 ਨੰਬਰ ਅਸ਼ਟਪਦੀ ਦੀ ਪਹਿਲੀ ਪੌੜੀ ਸ਼ਲੋਕ ਸਮੇਤ ਆਪ ਜੀ ਨੇ ਸਰਵਣ ਕੀਤੀ। ਇਤਨੀਆਂ ਬੇਨਤੀਆਂ ਸਵੀਕਾਰ ਕਰੋ, ਭੁੱਲ ਚੁੱਕ ਦੀ ਖਿਮਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।